हाँ जी स्टूडेंट्स, इस वीडियो दे विच मैं क्लास 12th दा विशा पंजाबी लाजमी दा सैंपल पेपर लैके आं विद आंसरस, ताकि तुसीं जान सको कि किस तरीके दा जिहड़ा कि पेपर आउंदा ते तुसीं प्री बोर्ड ते फाइनल एग्जाम दी वधिया तैयारी कर सको। क्योंकि सैंपल पेपर दे विच जो क्वेश्चनस हुंदे ने वो सिलैक्टड ही हुंदे ने, इंपॉर्टेंट हुंदे ने। फस्ट है पंजाब दियां लोक खेडां पाठ दे लेखक दा नां दसो। ਤਾਂ पंजाब ਦੀਆਂ लोक खेडां पाठ ਦੇ ਲੇਖਕ ਦਾ ਨਾਂ ਹੈ ਸੁਖਦੇਵ ਮਾਦਪੁਰੀ। ਤਾਂ ਇਹਦਾ ਹੈ ਸੁਖਦੇਵ ਮਾਦਪੁਰੀ। ਲੇਖਕ ਹੈ ਸੁਖਦੇਵ ਮਾਦਪੁਰੀ। ਸੈਕਿੰਡ, ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਮੇਲ ਸੁਮੇਲ ਤੋਂ ਬਣਿਆ ਹੈ। ਤਾਂ ਸੱਭਿਆਚਾਰ ਹੈ ਜਿਹੜੇ ਕਿ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਉਹ ਸ਼ਬਦ ਨੇ ਸੱਭਿਆ ਪਲਸ ਆਚਾਰ। ਸੱਭਿਆ ਪਲਸ ਆਚਾਰ, ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਸੱਭਿਆਚਾਰ। ਨੈਕਸਟ ਕੁਐਸਚਨ ਹੈ ਮਰਦਾਂ ਦਾ ਉਹ ਕਿਹੜਾ ਲੋਕ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ। ਤਾਂ ਮਰਦਾਂ ਦਾ ਨਾਚ ਆ ਉਹ ਲੋਕ ਨਾਚ ਲੁੱਡੀ, ਜਿਸ ਨੂੰ ਕਿ ਇਸਤਰੀ ਲੋਕ ਨਾਚ ਵੀ ਸਮਝ ਲਿਆ ਜਾਂਦਾ ਹੈ, ਲੁੱਡੀ ਲੋਕ ਨਾਚ। ਤੇ ਇਹ ਪੰਜਾਬ ਦੇ ਉੱਤਰ ਪੱਛਮੀ ਤੇ ਨੀਮ ਪਹਾੜੀ ਦੇ ਕੁਝ ਮੈਦਾਨੀ ਇਲਾਕਿਆਂ ਦੇ ਵਿੱਚ ਇਹ ਨਾਚ ਆ ਜਿਹੜੇ ਕਿ ਹੁੰਦਾ। ਨੈਕਸਟ ਕੁਐਸਚਨ, ਮਾੜਾ ਬੰਦਾ ਕਹਾਣੀ ਵਿੱਚ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ। ਤਾਂ ਲੇਖਕ ਆ ਜਿਹੜਾ ਕਿ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਭੂਆ ਦੇ ਪੁੱਤਰ ਨੂੰ। ਭੂਆ ਦੇ ਪੁੱਤਰ ਨੂੰ ਜਿਹੜਾ ਕਿ ਲੇਖਕ ਹੈ ਕਹਾਣੀਕਾਰ ਮਾੜਾ ਬੰਦਾ ਕਹਾਣੀ ਦੇ ਵਿੱਚ ਜਿਹੜੇ ਕਿ ਲੇਖਕ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਭੂਆ ਦੇ ਪੁੱਤਰ ਨੂੰ। ਤੇ ਮਾੜਾ ਬੰਦਾ ਕਹਾਣੀਆਂ ਸਟੂਡੈਂਟਸ ਇਹ ਪ੍ਰੇਮ ਪ੍ਰਕਾਸ਼ ਦੀ, ਕਿਉਂਕਿ ਕਈ ਵਾਰ ਹੈ ਜਿਹੜੇ ਕਿ ਕਹਾਣੀ ਦਾ ਲੇਖਕ ਵੀ ਪੁੱਛ ਲਿਆ ਜਾਂਦਾ। ਨੈਕਸਟ ਹੈ ਟੁਕੜੀ ਜਗ ਤੋਂ ਨਿਆਰੀ ਕਵਿਤਾ ਕਿਸ ਕਵੀ ਦੀ ਰਚਨਾ ਹੈ। ਤਾਂ ਟੁਕੜੀ ਜਗ ਤੋਂ ਨਿਆਰੀ ਕਵਿਤਾ ਜਿਹੜੀ ਕਿ ਭਾਈ ਵੀਰ ਸਿੰਘ ਦੀ ਰਚਨਾ ਹੈ, ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ। ਨੈਕਸਟ ਕੁਐਸਚਨ, ਅੱਗੇ ਖਾਲੀ ਸਥਾਨ ਪੂਰੇ ਕਰਨੇ ਨੇ। ਸਰੋਂ ਤਾਰਾ ਮੀਰਾ ਵਡੇਵੇਂ ਆਦਿ ਬੀਜਾਂ ਵਿੱਚੋਂ ਡੈਸ਼ ਨਿਕਲਦਾ ਹੈ। ਤਾਂ ਇਸ ਖਾਲੀ ਸਥਾਨ ਦੇ ਵਿੱਚ ਆਉਣਾ ਤੇਲ। ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਕਿ ਤੇਲ ਨਿਕਲਦਾ ਹੈ, ਸਰੋਂ ਤਾਰਾ ਮੀਰਾ ਵਡੇਵੇਂ ਇਹਨਾਂ ਦੇ ਵਿੱਚੋਂ। ਨੈਕਸਟ ਅੱਗੇ ਖਾਲੀ ਸਥਾਨ ਆਰੀ ਨੂੰ ਇੱਕ ਪਾਸੇ ਦੰਦੇ ਡੈਸ਼ ਅਖਾਣ ਪੂਰੀ ਕਰਨੀ ਆ। ਤੇ ਇਹਦੇ ਅੱਗੇ ਆਊਗਾ ਅਖਾਣ ਦੇ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ ਦੰਦੇ। ਜਹਾਨ ਨੂੰ ਦੋਹੀਂ ਪਾਸੇ। ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ। ਨੈਕਸਟ ਹੈ ਨਿਰੰਜਨ ਸਿੰਘ ਦੇ ਮੁੰਡਿਆਂ ਦੇ ਨਾਂ ਡੈਸ਼ ਅਤੇ ਡੈਸ਼ ਸਨ। ਤਾਂ ਨਿਰੰਜਨ ਸਿੰਘ ਜਿਹੜੇ ਕਿ ਇਸ ਦੇ ਮੁੰਡਿਆਂ ਦੇ ਨਾਂ, ਇਹ ਕਹਾਣੀ ਹੈ, ਕਹਾਣੀ ਜਿਹੜੀ ਕਿ ਆਪਣਾ ਦੇਸ਼ ਦੇ ਵਿੱਚੋਂ ਹੈ ਇਹ। ਤੇ ਆਪਣਾ ਦੇਸ਼ ਕਹਾਣੀ ਆ ਸੰਤੋਖ ਸਿੰਘ ਧੀਰ ਦੀ। ਤੇ ਨਿਰੰਜਨ ਸਿੰਘ ਦੇ ਮੁੰਡਿਆਂ ਦੇ ਨਾਂ ਸੀ, ਇਹਨਾਂ ਵਿੱਚ ਆਉਣਾ ਹਰਿੰਦਰ ਤੇ ਗੁਰਿੰਦਰ। ਹਰਿੰਦਰ ਤੇ ਗੁਰਿੰਦਰ। ਤੇ ਇਹਨਾਂ ਦੇ ਸ਼ਾਰਟ ਨੇਮ ਹੈਰੀ ਤੇ ਗੈਰੀ। ਆਪਣਾ ਦੇਸ਼ ਹੈ ਜਿਹੜੀ ਕਿ ਕਹਾਣੀ ਦੇ ਵਿੱਚੋਂ ਨੇ ਇਹ। ਨੈਕਸਟ ਹੈ ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਡੈਸ਼ ਲਈ ਡੈਸ਼ ਰਹੀਆਂ ਹਨ। ਤਾਂ ਇੱਥੇ ਆਉਣਾ ਇਹਨਾਂ ਦੇ ਵਿੱਚ ਖਾਲੀ ਸਥਾਨ ਦੇ ਵਿੱਚ ਪੰਜਾਬੀਆਂ ਲਈ ਖਿੱਚ।
ਖਿੱਚ ਭਰਪੂਰ ਰਹੀਆਂ ਹਨ। ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ। ਸੱਸਾ ਖਾਲਿਸਤਾਨ ਦੇ ਵਿੱਚ ਹੈ। ਨੈਕਸਟ ਹੈ, ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦਾ ਨਾਂ ਡੈਸ਼ ਹੈ। ਤਾਂ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦਾ ਨਾਂ ਹੈ ਮੇਰਾ ਬਚਪਨ। ਤਾਂ ਕਵਿਤਾ ਦਾ ਨਾਂ ਹੈ ਮੇਰਾ ਬਚਪਨ। ਨੈਕਸਟ ਅੱਗੇ ਸਹੀ ਜਾਂ ਗਲਤ ਚੁਣਨੇ ਨੇ। ਫਸਟ ਹੈ, ਵਿਰਖ ਦੀ ਹਰੀ ਟਾਹਣੀ ਜਾਂ ਘਾਹ ਜਿਸ ਨੂੰ ਦੁੱਬ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦੀ ਸੂਚਕ ਨਹੀਂ ਮੰਨੀ ਜਾਂਦੀ ਹੈ। ਤਾਂ ਇਹ ਹੈ ਗਲਤ। ਤਾਂ ਇੱਥੇ ਜਿਹੜੇ ਕਿ ਟਿਕ ਕਰਨਾ ਤੁਸੀਂ ਵੀ ਇਹ ਗਲਤ 'ਤੇ ਲਗਾਉਣਾ ਸਹੀ ਜਾਂ ਟਿਕ 'ਤੇ। ਤਾਂ ਇਹ ਗਲਤ 'ਤੇ ਟਿਕ ਕਰਾਂਗੇ ਆਪਾਂ ਕਿਉਂਕਿ ਇਹ ਗਲਤ ਹੈ। ਕਿਉਂਕਿ ਵਿਰਖ ਦੀ ਹਰੀ ਟਾਹਣੀ ਘਾਹ ਜਿਸ ਨੂੰ ਦੁੱਬ ਵੀ ਕਹਿੰਦੇ ਨੇ ਉਹ ਚੰਗੇ ਸ਼ਗਨਾਂ ਦੀ ਸੂਚਕ ਮੰਨੀ ਜਾਂਦੀ ਹੈ, ਤੇ ਇੱਥੇ ਲਿਖਿਆ ਹੋਇਆ ਨਹੀਂ ਮੰਨੀ ਜਾਂਦੀ। ਤਾਂ ਇਹ ਗਲਤ ਹੈ। ਐੜਾ, ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜਿੰਦਾਂ ਮਰ ਜਾਂਦੀਆਂ ਹਨ। ਤਾਂ ਇਹ ਆ ਸਹੀ। ਈੜੀ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਅਖਾਣ ਦੀ ਬਣਤਰ ਸਹੀ ਹੈ ਜਾਂ ਗਲਤ। ਤਾਂ ਇਹ ਸਹੀ ਆ ਬਣਤਰ। ਨੈਕਸਟ ਆ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾਂ ਅਨੁਸਾਰ ਮਨੁੱਖੀ ਹੋਣੀ ਦਾ ਸਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਹੈ। ਤਾਂ ਇਹ ਦੱਸਣਾ ਕਿ ਇਹ ਸਹੀ ਆ ਜਾਂ ਗਲਤ ਆ। ਤਾਂ ਇਹ ਸਹੀ ਹੈ। ਅੱਗੇ ਹਾਹਾ, ਪੰਜਾਬ ਦੇ ਸਮੁੱਚੇ ਲੋਕ ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਤੇ ਵੀ ਸਹੀ ਹੈ। ਨੈਕਸਟ ਨੇ ਹੇਠ ਲਿਖਿਆਂ ਦੇ ਵਿੱਚੋਂ ਸਹੀ ਉੱਤਰਾਂ ਦੀ ਚੋਣ ਕਰਨੀ ਆ। ਫਸਟ ਊੜਾ, ਮਾਘੀ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ। ਤਾਂ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ਼ਨਾਨ ਵਾਲੇ ਤੇ ਪੁਆਇੰਟ ਤੇ ਟਿਕ ਕਰਨਾ। ਨੈਕਸਟ ਹੈ, ਪੰਜਾਬ ਦੀਆਂ ਨਕਲਾਂ ਪਾਠ ਦੇ ਲੇਖਕ ਦਾ ਨਾਂ ਕੀ ਹੈ। ਤਾਂ ਪੰਜਾਬ ਦੀਆਂ ਨਕਲਾਂ ਪਾਠ ਦੇ ਲੇਖਕ ਦਾ ਨਾਂ ਹੈ, ਇਹਦਾ ਆਨਸਰ ਹੈ ਸੈਕਿੰਡ, ਪਿਆਰਾ ਸਿੰਘ ਖੁੰਡਾ। ਨੈਕਸਟ, ਸਾਂਝ ਕਹਾਣੀ ਦੇ ਕਹਾਣੀਕਾਰ ਦਾ ਕੀ ਨਾਮ ਹੈ। ਤਾਂ ਸਾਂਝ ਕਹਾਣੀ ਦੇ ਕਹਾਣੀਕਾਰ ਦਾ ਨਾਮ ਹੈ ਸੁਜਾਨ ਸਿੰਘ। ਸਾਂਝ ਕਹਾਣੀ ਹੈ ਸੁਜਾਨ ਸਿੰਘ ਦੀ। ਅੱਗੇ ਸੱਸਾ, ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ। ਤਾਂ ਕੂਲੇ ਕੂਲੇ ਹੱਥਾਂ ਦੇ ਵਿੱਚ ਆ ਜਿਹੜੀ ਕਿ ਗੋਰੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ। ਇਹ ਕਵਿਤਾ ਚੁੰਮ ਚੁੰਮ ਰੱਖੋ ਕਵਿਤਾ ਜਿਹੜੀ ਕਿ ਕਲਗੀ ਜੁਝਾਰ ਦੀ ਨੰਦ ਲਾਲ ਨੂਰਪੁਰੀ ਦੀ ਕਵਿਤਾ ਹੈ। ਅੱਗੇ ਹਾਹਾ, ਹਿੰਗ ਲੱਗੇ ਨਾ ਫਟਕੜੀ ਡੈਸ਼ ਅਖਾਣ ਪੂਰਾ ਕਰ ਲਈ ਢੁਕਵਾਂ ਪੁਰਖ ਚੁਣੋ। ਤਾਂ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ, ਸੱਸਾ ਆਨਸਰ ਹੈ। ਨੈਕਸਟ ਹੈ ਸਟੂਡੈਂਟਸ, ਉਸ ਤੋਂ ਅੱਗੇ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਕਰਨੇ ਨੇ ਜਿਹੜੇ ਕਿ 5 ਦਿੱਤੇ ਹੋਏ ਨੇ। 5 ਦੇ ਵਿੱਚੋਂ ਤੁਸੀਂ ਕੋਈ 2 ਕਰਨੇ ਤੇ ਹਰ ਇੱਕ ਕੁਐਸਚਨ ਹੈ ਜਿਹੜੇ ਕਿ 3 ਮਾਰਕਸ ਦਾ। ਸੱਭਿਆਚਾਰ ਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੈ। ਅਗਲਾ, ਲੋਕ ਕਿੱਤੇ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ, ਉਦਾਹਰਨਾਂ ਸਾਹਿਤ ਦੱਸੋ। ਮੇਲਾ ਸ਼ਬਦ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਇਆ ਹੈ, ਦੱਸੋ ਕਿਵੇਂ। ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਦੱਸੋ ਕਿਵੇਂ। ਅਗਲਾ, ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ। ਅੱਗੇ ਸਟੂਡੈਂਟਸ, ਅੱਗੇ ਪੱਤਰ ਲਿਖਣਾ ਤੁਸੀਂ, ਜਿਵੇਂ ਇਹਦੇ ਵਿੱਚ ਕਿਸਾਨ ਮੇਲੇ ਵਿੱਚ ਸਟਾਲ ਲਾਉਣ ਵਾਲਾ ਪੱਤਰ ਹੈ, ਤੇ ਇੱਕ ਇਹਦੇ ਵਿੱਚ ਵਿਦਿਆਰਥੀਆਂ ਨੂੰ ਯੂਨੀਫਾਰਮ ਖਰੀਦਣ ਲਈ ਗ੍ਰਾਂਟ ਆਈ ਆ, ਉਹਦੇ ਬਾਰੇ ਕਿਸੇ ਫਰਮ ਤੋਂ ਕੋਟੇਸ਼ਨ ਦੀ ਮੰਗ ਕਰਨੀ ਆ। ਨੈਕਸਟ ਆ ਨੰਬਰ 5, ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਤੇ ਢੁਕਵਾਂ ਸਿਰਲੇਖ ਵੀ ਲਿਖੋ। ਤਾਂ ਇਸ ਪੈਰੇ ਦੀ ਜਿਹੜੀ ਢੁਕਵਾਂ ਸਿਰਲੇਖ ਦੱਸਣਾ, ਭਾਵ ਕਿ ਇਹ ਪੈਰਾ ਹੈ ਕਿਸ ਬਾਰੇ, ਇਸ ਦੇ ਪੈਰੇ ਦੇ ਵਿੱਚ ਕਿਹੜੀ ਗੱਲ ਕਹੀ ਗਈ ਹੈ, ਕੀ ਟੌਪਿਕ ਹੈ। ਜਿਹੜਾ ਆਪਾਂ ਟੌਪਿਕ ਆ ਉਹ ਕੀ ਇਹਦਾ ਸਿਰਲੇਖ ਆ। ਜਿਵੇਂ ਇਹ ਸਾਰਾ ਪੈਰਾ ਜਿਹੜੇ ਕਿ ਸੁਲੱਖਣਾ ਬੰਦਾ ਉਸ ਬਾਰੇ ਗੱਲ ਕਰੀ ਗਈ ਹੈ ਵੀ ਕਿਸ ਤਰੀਕੇ ਦਾ ਹੁੰਦਾ, ਉਹ ਕਿਹਦਾ ਸਤਿਕਾਰ ਕਰਦੇ, ਇਸ ਬਾਰੇ ਗੱਲ ਹੈ। ਤਾਂ ਸੁਲੱਖਣਾ ਬੰਦਾ ਦਾ ਜਿਹੜਾ ਕਿ ਢੁਕਵਾਂ ਸਿਰਲੇਖ ਹੋ ਗਿਆ। ਤੇ ਅੱਗੇ ਦੇਣਾ ਇਹਦਾ ਸੁਲੱਖਣਾ ਬੰਦਾ ਜਿਹੜੇ ਕਿ ਇਹਦਾ ਸਿਰਲੇਖ। ਤੇ ਨੈਕਸਟ ਕਰਨਾ
ਇਹਦੀ ਸੰਖੇਪ ਰਚਨਾ ਦੇ ਲਈ 1/3 ਤੁਸੀਂ ਸ਼ਬਦਾਂ ਦੀ ਜਿਹੜੀ ਕਿ ਚੋਣ ਕਰਕੇ ਲਿਖਣੇ ਨੇ। 1/3 ਮੀਨਸ ਜਿਹੜੇ ਕਿ ਇਹਦਾ 1/3 ਕਰਨਾ ਹਿੱਸਾ, 2-3 ਲਾਈਨਾਂ ਉੱਪਰੋਂ ਤੇ ਵਿਚਕਾਰੋਂ ਤੇ ਐਂਡ ਦੇ ਵਿੱਚੋਂ ਲਿਖ ਕੇ ਜਿਹੜੇ ਕਿ ਇਹਦਾ 1/3 ਹਿੱਸਾ ਬਣ ਜਾਂਦਾ ਹੁੰਦਾ। ਤੇ 1/3 ਹਿੱਸੇ ਦੇ ਜਿਹੜੇ ਕਿ 3 ਮਾਰਕਸ ਨੇ ਤੇ ਢੁਕਵਾਂ ਸਿਰਲੇਖ ਦੇਣ ਦੇ 1 ਮਾਰਕਸ ਨੇ। ਟੋਟਲ ਜਿਹੜੀ ਕਿ 4 ਮਾਰਕਸ ਦਾ। ਨੈਕਸਟ ਆ 6th ਨੰਬਰ, ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦਕੋਸ਼ ਤਰਤੀਬ ਅਨੁਸਾਰ ਲਿਖੋ। ਤਾਂ ਇਹ 2 ਸ਼ਬਦ ਸਮੂਹ ਨੇ ਜਿਨ੍ਹਾਂ ਦੀ ਜਿਹੜੀ ਕਿ ਤਰਤੀਬਵਾਰ ਇਹਨਾਂ ਦਾ ਸ਼ਬਦਕੋਸ਼ ਦੀ ਤਰਤੀਬ ਬਣਾਉਣੀ ਆ ਸਮੂਹਾਂ ਦੀ, ਤੇ ਜਿਹੜੇ ਕਿ 3 ਮਾਰਕਸ ਦਾ ਹੁੰਦਾ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੇਖਣਾ ਹੁੰਦਾ, ਇੱਕ ਤਾਂ ਊੜਾੜਾ ਯਾਦ ਹੋਣਾ ਚਾਹੀਦਾ ਤੁਹਾਡੇ। ਸੈਕਿੰਡ ਆ ਜਿਹੜੇ ਕਿ ਲਗਾ ਮਾਤਰਾਵਾਂ ਤੇ ਲਗਾਖਰ। ਜਿਵੇਂ ਅਗਰ ਤਾਂ ਅਲੱਗ-ਅਲੱਗ ਅੱਖਰ ਲਿਖੇ ਹੋਏ ਨੇ ਤਾਂ ਸਿਰਫ ਤੁਸੀਂ ਊੜੇ ਆੜੇ ਦੇ ਅਕੋਰਡਿੰਗ ਇਸ ਦੀ ਤਰਤੀਬ ਬਹੁਤ ਹੀ ਸੌਖੇ ਢੰਗ ਨਾਲ ਬਣਾ ਲਓਗੇ। ਜੇ ਇੱਕੋ ਅੱਖਰ ਤੋਂ ਨੇ ਸਟਾਰਟਿੰਗ ਨੇ ਤਾਂ ਤੁਸੀਂ ਜਿਹੜੇ ਕਿ ਲਗਾ ਮਾਤਰਾ ਤੇ ਲਗਾਖਰ ਤੁਹਾਨੂੰ ਲਰਨ ਹੋਣੇ ਚਾਹੀਦੇ ਨੇ। ਜਿਵੇਂ ਕਿ ਆਹ ਵਾਲਾ ਫਸਟ ਆ ਜਿਹੜਾ ਕਿ ਇਹ ਸਾਰਾ ਇੱਕੋ ਅੱਖਰ ਤੋਂ ਸਟਾਰਟ ਆ, ਰਾਰੇ ਤੋਂ ਸਟਾਰਟ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਦੇਖਣਾ, ਇਹਦੇ ਵਿੱਚ ਲਗਾ ਮਾਤਰਾ ਦੀ ਤਰਤੀਬ ਦੇਖਣੀ ਆ ਕਿ ਫਸਟ ਜਿਹੜੀ ਕਿ ਲਗਾ ਮਾਤਰਾ ਕਿਸ ਤਰੀਕੇ ਨੂੰ ਕਿਹੜੀ ਲੱਗਦੀ ਹੈ। ਜਿਵੇਂ ਫਸਟ ਦੇ ਵਿੱਚ ਲਗਾ ਮਾਤਰਾ ਹੁੰਦੀ ਆ, ਮੁਕਤੇ ਤੋਂ ਸਟਾਰਟਿੰਗ ਹੁੰਦੀ ਆ ਲਗਾ ਮਾਤਰਾ ਦੀ। ਫਸਟ ਦੇ ਵਿੱਚ ਮੁਕਤਾ, ਫਿਰ ਹੁੰਦਾ ਕੰਨਾ, ਫਿਰ ਹੁੰਦੀ ਆ ਸਿਹਾਰੀ, ਫਿਰ ਹੁੰਦੀ ਆ ਬਿਹਾਰੀ, ਫਿਰ ਔਂਕੜ, ਫਿਰ ਦਲੌਂਕੜ, ਫਿਰ ਲਾਂ, ਫਿਰ ਦੁਲਾਵਾਂ, ਫਿਰ ਹੋੜਾ ਤੇ ਫਿਰ ਹੁੰਦਾ ਘਨੌੜਾ। ਇਹ ਹੋ ਗਿਆ ਲਗਾ ਮਾਤਰਾ। ਲਗਾਖਰ ਹੁੰਦੇ ਨੇ 3, ਬਿੰਦੀ, ਟਿੱਪੀ, ਅੱਧਕ। ਇਹ ਜਿਹੜੇ ਕਿ ਤਿੰਨੋਂ ਲਗਾਖਰ ਨੇ ਤੇ ਇਹ ਨੇ ਲਗਾ ਮਾਤਰਾਵਾਂ। ਇਹਨਾਂ ਦੀ ਤਰਤੀਬ ਅਕੋਰਡਿੰਗ ਆ ਜਿਹੜੇ ਕਿ ਤੁਹਾਨੂੰ ਇਹ ਯਾਦ ਹੋਣੇ ਚਾਹੀਦੇ ਨੇ। ਹੁਣ ਫਸਟ ਦੇ ਵਿੱਚ ਤਾਂ ਇਹ ਵਾਲੇ ਹੁਣ ਸਾਰੇ ਹੀ ਰਾਰੇ ਤੋਂ ਸਟਾਰਟ ਨੇ, ਇਹਨਾਂ ਨੂੰ ਆਪਾਂ ਦੇਖਾਂਗੇ ਮਾਤਰਾ ਦੇ ਅਕੋਰਡਿੰਗ। ਤੇ ਉਸ ਤੋਂ ਬਾਅਦ ਇਹਨਾਂ ਦਾ ਸੈਕਿੰਡ ਅੱਖਰ ਦੇਖਣਾ। ਸੈਕਿੰਡ ਅੱਖਰ ਇਹ ਦੇਖਣਾ ਕਿ ਸੈਕਿੰਡ ਊੜੇ ਆੜੇ ਦੇ ਅਕੋਰਡਿੰਗ ਉਹਦੀ ਤਰਤੀਬ ਕਿਹੜੀ ਬਣਦੀ ਹੈ। ਤਾਂ ਜਿਸ ਦੀ ਤਰਤੀਬ ਫਸਟ ਦੇ ਵਿੱਚ ਹੋਊਗੀ ਉਹ ਅੱਖਰ ਆ ਜਿਹੜੇ ਕਿ ਫਸਟ ਦੇ ਵਿੱਚ ਲਿਖਿਆ ਜਾਊਗਾ। ਜਿਵੇਂ ਇਹਦੇ ਵਿੱਚ ਪਹਿਲਾਂ ਆਪਾਂ ਨੇ ਦੇਖਿਆ ਲਗਾ ਮਾਤਰਾ ਦੇ ਅਨੁਸਾਰ ਆਪਾਂ ਦੇਖਾਂਗੇ ਮੁਕਤਾ। ਮੁਕਤੇ ਦੇ ਅੱਖਰ ਇਹਦੇ ਵਿੱਚ ਰਸਤਾ ਵੀ ਮੁਕਤਾ ਕਿਉਂਕਿ ਰਾਰਾ ਨਾਲ ਕੋਈ ਮਾਤਰਾ ਨਹੀਂ ਹੈਗੀ। ਰਫੂਗਰ ਵੀ ਮੁਕਤਾ, ਰਾਰੇ ਨਾਲ ਕੋਈ ਮਾਤਰਾ ਨਹੀਂ ਹੈਗੀ। ਅੱਗੇ ਰਜਵਾੜਾ ਵੀ ਰਾਰਾ ਮੁਕਤਾ ਤੇ ਰਚਨਾ ਵੀ ਮੁਕਤਾ। ਹੁਣ ਇਹਨਾਂ ਦੇ ਵਿੱਚੋਂ ਵੀ ਆਪਾਂ ਨੇ ਦੇਖਣੇ ਆ ਕਿਉਂਕਿ ਆਪਾਂ ਨੇ ਦੇਖ ਲਿਆ ਹੁਣ ਮੁਕਤੇ ਦੇ ਹੀ ਅੱਖਰ ਆਪਾਂ ਨੂੰ 4 ਮਿਲ ਗਏ, 4 ਸ਼ਬਦ ਨੇ ਮੁਕਤੇ ਦੇ। ਤਾਂ ਇਹਦੇ ਲਈ ਆਪਾਂ ਦੇਖਾਂਗੇ ਸੈਕਿੰਡ। ਸੈਕਿੰਡ ਦੇ ਵਿੱਚ ਦੇਖਣਾ ਕਿ ਉਹ ਊੜੇ ਆੜੇ ਦੇ ਅਕੋਰਡਿੰਗ ਉਹ ਸਭ ਤੋਂ ਫਸਟ ਕਿਹੜਾ ਹੁੰਦਾ। ਹੁਣ ਇਹਨਾਂ ਦੇ ਵਿੱਚੋਂ ਰਸਤਾ ਤੇ ਰਸਤੇ ਦੇ ਵਿੱਚ ਸੱਸਾ ਤੇ ਅੱਗੇ ਰਚਨਾ ਦੇ ਵਿੱਚ ਚੱਚਾ। ਤਾਂ ਸੱਸੇ ਤੇ ਚੱਚੇ ਦੇ ਵਿੱਚੋਂ ਸਭ ਤੋਂ ਪਹਿਲਾਂ ਆਊਗਾ ਸੱਸਾ। ਤਾਂ ਆਪਾਂ ਲਿਖ ਲਾਂਗੇ ਫਸਟ ਦੇ ਵਿੱਚ ਰਸਤਾ। ਰਸਤਾ ਲਿਖ ਲਿਆ। ਫਿਰ ਆਪਾਂ ਲਿਖ ਦਾਂਗੇ ਚੱਚਾ ਉਸ ਤੋਂ ਬਾਅਦ 'ਚ ਆਉਂਦਾ ਤਾਂ ਆਪਾਂ ਲਿਖ ਦਾਂਗੇ ਰਚਨਾ। ਇਹ ਆਪਾਂ ਨੇ ਦੇਖਿਆ ਮੁਕਤੇ ਵਾਲੇ ਅੱਖਰ ਸੀ ਆਪਣੇ ਕੋਲ, ਇਹ ਵਾਲਾ, ਇਹ ਵਾਲਾ, ਇਹ ਵਾਲਾ ਤੇ ਇਹ ਵਾਲਾ। ਇਹਨਾਂ ਦੇ ਵਿੱਚੋਂ ਫਿਰ ਦੇਖਿਆ ਆਪਾਂ ਨੇ ਸੈਕਿੰਡ ਅੱਖਰ ਜਿਹੜਾ ਪਹਿਲਾਂ ਆਉਂਦਾ ਸੀ ਊੜੇ ਆੜੇ ਦੇ ਅਕੋਰਡਿੰਗ ਉਹਨੂੰ ਆਪਾਂ ਨੇ ਫਸਟ ਦੇ ਵਿੱਚ ਲਿਖ ਲਿਆ। ਜਿਵੇਂ ਸੱਸਾ ਚੱਚੇ ਤੋਂ ਪਹਿਲਾਂ ਆ ਗਿਆ ਤਾਂ ਲਿਖ ਲਿਆ। ਫਿਰ ਉਸ ਤੋਂ ਬਾਅਦ ਨੈਕਸਟ ਵਾਲਿਆਂ ਵਿੱਚ ਫੱਫਾ ਤੇ ਜੱਜਾ ਤੇ ਇੱਕ ਚੱਚਾ ਸੀ ਤਾਂ ਇਹਨਾਂ ਦੇ ਵਿੱਚੋਂ ਚੱਚੇ ਵਾਲਾ ਪਹਿਲਾਂ ਆਉਂਦਾ ਤਾਂ ਆਪਾਂ ਨੇ ਰਚਨਾ ਲਿਖ ਲਿਆ। ਫਿਰ ਅੱਗੇ ਇੱਕ ਜੱਜੇ ਵਾਲਾ ਤੇ ਇੱਕ ਫੱਫੇ ਵਾਲਾ। ਹੁਣ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਜੱਜਾ, ਫਿਰ ਆਉਂਦਾ ਫੱਫਾ ਤਾਂ ਆਪਾਂ ਲਿਖ ਲਾਂਗੇ 3rd ਨੰਬਰ ਤੇ ਰਜਵਾੜਾ। ਫਿਰ ਆਪਾਂ ਲਿਖ ਲਾਂਗੇ ਰਜਵਾੜੇ ਤੋਂ ਅੱਗੇ ਰਫੂਗਰ ਲਿਖ ਲਾਂਗੇ। ਰਫੂਗਰ ਤੋਂ ਬਾਅਦ ਫਿਰ ਆਪਣੇ ਕੋਲ ਹੁਣ 2 ਅੱਖਰ ਬਚ ਗਏ, ਇੱਕ ਰਿਸ਼ਵਤ ਹੈ ਤੇ ਇੱਕ ਰਾਜ ਮਹਿਲ ਹੈ। ਹੁਣ ਪਹਿਲਾਂ ਲਗਾ ਮਾਤਰਾ ਦੇ ਅਨੁਸਾਰ ਫਸਟ ਦੇ ਵਿੱਚ ਆਉਂਦਾ ਮੁਕਤਾ, ਫਿਰ ਹੁੰਦਾ ਕੰਨਾ। ਤਾਂ ਹੁਣ ਕੰਨੇ ਵਾਲਾ ਕਿਹੜਾ ਰਾਜ ਮਹਿਲ ਤਾਂ ਆਪਾਂ ਲਿਖ ਲਾਂਗੇ ਇੱਥੇ ਰਾਜ ਮਹਿਲ। ਮੁਕਤਾ, ਕੰਨਾ, ਫਿਰ ਸਿਹਾਰੀ। ਹੁਣ ਸਿਹਾਰੀ ਵਾਲਾ ਕਿਹੜਾ ਬਚ ਗਿਆ ਰਿਸ਼ਵਤ। ਵੈਸੇ ਵੀ ਇਹ ਲਾਸਟ ਦੇ ਵਿੱਚ ਬਚ ਗਿਆ, ਜਿਹੜਾ ਲਾਸਟ 'ਚ ਆਊਗਾ ਬਚ ਜੂਗਾ ਉਹ ਲਾਸਟ 'ਚ ਆਪਾਂ ਲਿਖ ਲਾਂਗੇ। ਹੁਣ ਬਣ ਗਿਆ ਰਿਸ਼ਵਤ ਤੇ ਇਹ ਬਣ ਗਈ ਸਾਰੀ ਤਰਤੀਬ। ਫਸਟ ਦੇ ਵਿੱਚ ਰਸਤਾ, ਫਿਰ ਰਚਨਾ, ਫਿਰ ਰਜਵਾੜਾ, ਰਫੂਗਰ, ਰਾਜ ਮਹਿਲ, ਰਿਸ਼ਵਤ। ਭਾਵ ਕਿ ਅਗਰ ਇੱਕੋ ਅੱਖਰ ਨਾਲ ਸਾਰੇ ਸਟਾਰਟਿੰਗ ਹੈ, ਸਾਰੇ ਸ਼ਬਦ ਇੱਕੋ ਅੱਖਰ ਦੇ ਨੇ ਤਾਂ ਉਹਨਾਂ ਦੀ ਮਾਤਰਾ ਦੇ ਅਕੋਰਡਿੰਗ ਦੇਖਣੀ ਆ, ਲਗਾ ਮਾਤਰਾ ਦੇ ਅਕੋਰਡਿੰਗ ਉਹਨਾਂ ਦੀ ਤਰਤੀਬ ਬਣਾਉਣੀ ਆ। ਸਭ ਤੋਂ ਪਹਿਲਾਂ ਦੇਖਣਾ ਮੁਕਤਾ, ਜਿਹੜਾ ਮੁਕਤੇ ਵਾਲਾ ਉਹ ਲਿਖ ਲਾਂਗੇ।
ਹੁਣ ਮੁਕਤੇ ਵਾਲਾ ਵੀ ਇਹਨਾਂ ਦੇ ਵਿੱਚੋਂ ਜਿਵੇਂ 4 ਸੀ, ਚਾਰਾਂ ਦੇ ਵਿੱਚੋਂ ਫਿਰ ਸੈਕਿੰਡ ਅੱਖਰ ਦੇਖਿਆ ਕਿ ਸੈਕਿੰਡ ਅੱਖਰ ਊੜੇ ਆੜੇ ਦੇ ਅਕੋਰਡਿੰਗ ਉਹਦੀ ਪੋਜੀਸ਼ਨ ਕਿਹੜੀ ਬਣਦੀ ਆ, ਜਿਸ ਦੀ ਪੋਜੀਸ਼ਨ ਪਹਿਲਾਂ ਹੋਊਗੀ ਉਹ ਲਿਖ ਲਿਆ ਜਾਊਗਾ। ਫਿਰ ਉਸ ਤੋਂ ਬਾਅਦ ਆ ਨੈਕਸਟ, ਜਿਹੜੇ ਬਾਕੀ ਬਚ ਗਏ ਉਹਨਾਂ ਦੇ ਵਿੱਚੋਂ ਦੇਖਣੀ ਆ। ਫਿਰ ਨੈਕਸਟ, ਫਿਰ ਮੁਕਤੇ ਤੋਂ ਬਾਅਦ 'ਚ ਫਿਰ ਅੱਗੇ ਕੰਨਾ ਆਉਂਦਾ, ਫਿਰ ਕੰਨੇ ਵਾਲਾ ਲਿਖ ਲਿਆ। ਫਿਰ ਕੰਨੇ ਤੋਂ ਬਾਅਦ ਆ ਜਿਹੜੇ ਕਿ ਇੱਕ ਲਾਸਟ 'ਚ ਬਚ ਗਿਆ ਸੀ ਸਿਆਰੀ ਵਾਲਾ, ਰਿਸ਼ਵਤ ਆ ਗਿਆ, ਤੇ ਇਹਦੀ ਤਰਤੀਬ ਬਣ ਗਈ। ਨੈਕਸਟ ਆ ਜਿਹੜਾ ਇੱਧਰ ਵਾਲਾ ਪੋਰਸ਼ਨ, ਇਹ ਸਾਰਾ ਜਿਹੜੇ ਕਿ ਅਲੱਗ-ਅਲੱਗ ਅੱਖਰ ਨਾਲ ਨੇ, ਸਿਰਫ ਇਹਦੇ ਵਿੱਚ 2 ਅੱਖਰ ਮੈਚ ਕਰਦੇ ਨੇ, ਇੱਕ ਤੱਤੇ ਵਾਲੇ 2 ਅੱਖਰ ਸੇਮ ਨੇ, ਤਾਨਪੁਰ ਤੇ ਤੰਦਰੁਸਤ। ਇਹਨਾਂ ਦੇ ਵਿੱਚ ਦੇਖਾਂਗੇ। ਬਾਕੀ ਜਿਹੜੇ ਕਿ ਊੜੇ ਆੜੇ ਦੇ ਅਕੋਰਡਿੰਗ ਇਹਦੀ ਤਰਤੀਬ ਬਹੁਤ ਸੌਖੇ ਢੰਗ ਨਾਲ ਬਣ ਜੂਗੀ ਵੀ ਊੜੇ ਆੜੇ ਦੇ ਅਕੋਰਡਿੰਗ ਜਿਹੜੇ ਕਿ ਕਿਹੜਾ ਅੱਖਰ ਪਹਿਲਾਂ ਆਉਂਦਾ। ਜਿਵੇਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਊਗਾ ਛੱਛੇ ਵਾਲਾ, ਲਿਖ ਲਾਂਗੇ ਆਪਾਂ 96 ਛੱਛਾ, ਕਿਉਂਕਿ ਪਹਿਲਾਂ ਆਉਂਦਾ ਊੜੇ ਆੜੇ ਦੇ ਵਿੱਚ। ਇਹਨਾਂ ਅੱਖਰਾਂ ਦੇ ਵਿੱਚੋਂ, ਇਹਨਾਂ ਅੱਖਰਾਂ ਦੇ ਅਕੋਰਡਿੰਗ ਤਰਤੀਬ ਦੇਖਣੀ ਹੈ ਵੀ ਇਹਨਾਂ ਦੇ ਵਿੱਚੋਂ ਊੜੇ ਆੜੇ ਦੇ ਵਿੱਚ ਪਹਿਲ 'ਚ ਕਿਹੜਾ ਅੱਖਰ ਆਉਂਦਾ। 96 ਲਿਖ ਲਿਆ, ਛੱਛਾ ਆ ਗਿਆ। ਫਿਰ ਉਸ ਤੋਂ ਬਾਅਦ ਆਉਂਦਾ ਝੱਜਾ, ਝਿੰਗਰ ਲਿਖ ਲਿਆ। ਜਿਹੜਾ ਜਿਹੜਾ ਤੁਸੀਂ ਲਿਖੀ ਜਾਂਦੇ ਹੁੰਦੇ ਹੋ ਉਹਨੂੰ ਨਾ ਟਿਕ ਕਰ ਲਿਆ ਕਰੋ, ਫਿਰ ਉਹ ਪਤਾ ਲੱਗ ਜਾਂਦਾ ਕਿ ਇਹ ਆਪਾਂ ਨੇ ਲਿਖ ਲਿਆ। ਬਾਕੀ ਅੱਖਰਾਂ ਦੇ ਵਿੱਚੋਂ ਦੇਖਣਾ, ਫਿਰ ਬਾਕੀ ਸ਼ਬਦਾਂ ਦੇ ਵਿੱਚੋਂ ਦੇਖਣਾ। ਤਾਂ ਉਸ ਤੋਂ ਬਾਅਦ ਹੈ ਜਿਹੜੇ ਕਿ 96 ਲਿਖ ਲਿਆ, ਝਿੰਗਰ ਲਿਖ ਲਿਆ। ਫਿਰ ਲਿਖਿਆ ਜਾਊਗਾ ਟਾਕਰਾ, ਕਿਉਂਕਿ ਟੈਂਕਾ ਉਸ ਤੋਂ ਬਾਅਦ ਆਉਂਦਾ, ਝੱਜੇ ਤੋਂ ਬਾਅਦ ਟੈਂਕਾ ਆਉਂਦਾ। ਫਿਰ ਉਸ ਤੋਂ ਬਾਅਦ ਟੈਂਕੇ ਤੋਂ ਬਾਅਦ ਫਿਰ ਡੱਡੇ ਵਾਲਾ, ਡੱਡੇ ਵਾਲਾ ਆ ਜਾਊਗਾ ਡੈਲੀਕੇਸ਼ਨ, ਡੈਲੀਕੇਸ਼ਨ। ਡੈਲੀਕੇਸ਼ਨ ਲਿਖਣ ਤੋਂ ਬਾਅਦ ਫਿਰ ਅੱਗੇ ਜਿਹੜੇ ਕਿ ਆ ਜਾਊਗਾ, ਹੁਣ ਤੱਤੇ ਵਾਲੇ 2 ਬਚ ਗਏ, ਇੱਕ ਤਾਨਪੁਰ ਹੈ, ਇੱਕ ਤੰਦਰੁਸਤ ਹੈ। ਹੁਣ ਜਿਹੜਾ ਟਿੱਪੀ ਵਾਲਾ, ਟਿੱਪੀ ਆਉਂਦੀ ਹੈ ਲਗਾਖਰ ਦੇ ਵਿੱਚ, ਤੇ ਲਗਾਖਰ ਹੈ ਜਿਹੜੇ ਕਿ ਬਾਅਦ ਦੇ ਵਿੱਚ ਆਉਂਦੇ ਨੇ। ਜਦੋਂ ਆਪਾਂ ਉਹਨਾਂ ਦੀ ਤਰਤੀਬ ਕਰਦੇ ਹਾਂ, ਪਹਿਲ ਦੇ ਵਿੱਚ ਆਉਂਦੇ ਨੇ ਲਗਾ ਮਾਤਰਾ, ਤਾਂ ਲਗਾ ਮਾਤਰਾ ਵਾਲਾ ਪਹਿਲ 'ਚ ਕਿਹੜਾ ਆ ਜਾਊਗਾ, ਤਾਨਪੁਰ। ਪਹਿਲ 'ਚ ਕਿਹੜਾ ਆ ਜਾਊਗਾ, ਤਾਨਪੁਰ। ਤੇ ਤਾਨਪੁਰ ਤੋਂ ਬਾਅਦ 'ਚ ਕਿਹੜਾ ਬਚ ਗਿਆ ਅੱਗੇ, ਤੰਦਰੁਸਤ। ਲਾਸਟ ਦੇ ਵਿੱਚ ਆ ਜਾਊਗਾ ਤੰਦਰੁਸਤ। ਮੀਨਜ਼ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਲਿਖਿਆ ਗਿਆ, 96 ਫਸਟ ਦੇ ਵਿੱਚ ਲਿਖਿਆ ਗਿਆ। ਫਿਰ ਉਸ ਤੋਂ ਬਾਅਦ 'ਚ ਕੀ ਲਿਖਿਆ ਗਿਆ, ਝਿੰਗਰ। ਤੀਜੇ ਨੰਬਰ 'ਤੇ ਟਾਕਰਾ, ਤੇ 4th ਨੰਬਰ 'ਤੇ ਲਿਖਿਆ ਗਿਆ ਡੈਲੀਕੇਸ਼ਨ। 5th ਨੰਬਰ 'ਤੇ ਲਿਖਿਆ ਗਿਆ ਤਾਨਪੁਰ, ਤੇ 6th ਨੰਬਰ 'ਤੇ ਲਿਖਿਆ ਗਿਆ ਤੰਦਰੁਸਤ। ਨੈਕਸਟ ਅੱਗੇ ਵਾਕ ਵਟਾਂਦਰਾ, ਜਿਨ੍ਹਾਂ ਦੇ ਵਿੱਚੋਂ ਜਿਹੜੇ ਕਿ 6 ਦਿੱਤੇ ਹੋਏ ਨੇ, 6 ਦੇ ਵਿੱਚੋਂ ਕੋਈ 3 ਕਰਨੇ ਨੇ, ਤੇ ਹਰ ਇੱਕ ਆ ਜਿਹੜੇ ਕਿ 1 ਮਾਰਕਸ ਦਾ ਹੁੰਦਾ। ਫਸਟ ਹੈ, ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਤੁਸੀਂ ਸੁਖੀ ਨਹੀਂ ਹੋ। ਤਾਂ ਇਹ ਜਿਹੜੇ ਕਿ ਸੰਯੁਕਤ ਵਾਕ ਬਣਾਉਣਾ, ਤੇ ਸੰਯੁਕਤ ਵਾਕ ਬਣਾਉਣ ਦੇ ਲਈ ਜਿਹੜੇ ਕਿ ਸ਼ਬਦ ਯੂਜ਼ ਹੁੰਦੇ ਨੇ, ਤੇ ਇਹ ਵਾਲੇ ਜਿਹੜੇ ਕਿ ਯੋਜਕਾਂ ਦੀ ਵਰਤੋਂ ਹੁੰਦੀ ਆ, ਤੇ ਪਰ, ਅਤੇ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ, ਇਹ ਵਾਲੇ ਜਿਹੜੇ ਕਿ ਸ਼ਬਦ ਯੂਜ਼ ਕਰਕੇ, ਇਹ ਯੋਜਕ ਯੂਜ਼ ਕਰਕੇ ਜਿਹੜੇ ਕਿ ਇਸ ਦੀ ਆਪਾਂ ਸੰਯੁਕਤ ਵਾਕ ਬਣਾਵਾਂਗੇ, ਇਹਨਾਂ ਦੇ ਵਿੱਚੋਂ ਕੋਈ ਇੱਕ ਯੂਜ਼ ਕਰਕੇ। ਹੁਣ ਜਿਵੇਂ ਫਸਟ ਹੈ, ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਤੁਸੀਂ ਸੁਖੀ ਨਹੀਂ ਹੋ, ਤਾਂ ਇਹਦਾ ਆਪਾਂ ਬਣਾਵਾਂਗੇ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ। ਤਾਂ ਬਣ ਗਿਆ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ। ਇਹ ਫਸਟ ਦਾ ਆਨਸਰ ਹੋ ਗਿਆ। ਨੈਕਸਟ ਹੈ, ਸੂਰਜ ਨਿਕਲਿਆ ਅਤੇ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਤਾਂ ਇਹਨੂੰ ਆਪਾਂ ਨੇ ਸਧਾਰਨ ਬਣਾਉਣਾ, ਤੇ ਇਹਦੇ ਵਿੱਚ ਅਤੇ ਯੂਜ਼ ਹੋਇਆ ਤਾਂ ਇਹ ਸੰਯੁਕਤ ਵਾਕ ਆ। ਸੰਯੁਕਤ ਤੋਂ ਆਪਾਂ ਨੇ ਸਧਾਰਨ ਬਣਾਉਣਾ। ਪਹਿਲਾਂ ਤਾਂ ਅਤੇ ਜਿਹੜੇ ਕਿ ਆਪਾਂ ਕੱਟ ਕਰ ਦਾਂਗੇ, ਤਾਂ ਇਹ ਬਣ ਜਾਊਗਾ ਸੂਰਜ ਨਿਕਲਦੇ ਸਾਰ, ਸੂਰਜ ਨਿਕਲਦੇ, ਆ ਲਿਖਣ ਟਾਈਮ ਨਾ ਥੋੜਾ ਟਾਈਪ ਉਹ ਹੋ ਜਾਂਦਾ, ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਵਿੱਚ
ਕੰਮਾਂ ਵਿੱਚ ਰੁੱਝ ਗਏ। ਇਹ ਬਣ ਗਈ ਸਧਾਰਨ ਵਾਕ। ਨੈਕਸਟ ਆ ਉਹ ਕਦੇ ਝੂਠ ਨਹੀਂ ਬੋਲਦਾ। ਤਾਂ ਇਹ ਬਣਾਉਣਾ ਹਾਂ ਵਾਚਕ ਬਣਾਉਣਾ। ਜਦੋਂ ਹਾਂ ਵਾਚਕ ਬਣਾਉਣਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚੋਂ ਨਹੀਂ ਕੱਟ ਹੋ ਜਾਊਗਾ। ਹੁਣ ਇਹ ਨਹੀਂ ਹੈਗਾ ਕਿ ਨਹੀਂ ਕੱਟ ਕਰਕੇ ਬਾਕੀ ਸਾਰਾ ਪੋਰਸ਼ਨ ਉਵੇਂ ਲਿਖ ਦੋਗੇ ਤੁਸੀਂ, ਬਾਕੀ ਸਾਰਾ ਵਾਕ ਉਵੇਂ ਲਿਖ ਦੋਗੇ, ਇਹ ਤਾਂ ਸਾਰਾ ਰੋਂਗ ਹੋ ਜਾਊਗਾ। ਜਿਵੇਂ ਉਹ ਕਦੇ ਝੂਠ ਬੋਲਦਾ ਹੈ, ਨਹੀਂ, ਇਹ ਸਾਰਾ ਗਲਤ ਹੋ ਜਾਊਗਾ। ਆਪਾਂ ਨੇ ਇਹਦੇ ਵਿੱਚੋਂ ਨਹੀਂ ਸ਼ਬਦ ਕੱਢ ਕੇ ਸੈਂਸ ਉਹਦੀ ਉਹੀ ਰੱਖਣੀ ਆ, ਭਾਵ ਉਹਨੂੰ ਰੱਖਣਾ ਉਵੇਂ ਆ। ਜਿਵੇਂ ਉਹ ਕਦੇ ਝੂਠ ਨਹੀਂ ਬੋਲਦਾ, ਆਪਾਂ ਨੇ ਇਹਦਾ ਮਤਲਬ ਇਹ ਹੈ ਕਿ ਉਹ ਹਮੇਸ਼ਾ ਸੱਚ ਬੋਲਦਾ, ਤਾਂ ਆਪਾਂ ਨੇ ਨਹੀਂ ਕੱਟ ਕੇ ਉਹਨੂੰ ਹਾਂ ਵਾਚਕ ਦੇ ਵਿੱਚ ਬਣਾਉਣਾ, ਸੈਂਸ ਉਹੀ ਰਹਿਣੀ ਚਾਹੀਦੀ ਹੈ। ਜੇ ਹੁਣ ਆਪਾਂ ਇਕੱਲਾ ਨਹੀਂ ਕੱਟ ਦਾਂਗੇ ਤਾਂ ਉਹ ਕਦੇ ਝੂਠ ਬੋਲਦਾ, ਤਾਂ ਇਹਦਾ ਸਾਰਾ ਵਾਕ ਆ ਜਿਹੜੇ ਕਿ ਗਲਤ ਹੋ ਗਿਆ। ਤਾਂ ਇਹਦੇ ਵਿੱਚ ਪਹਿਲਾਂ ਤਾਂ ਨਹੀਂ ਸ਼ਬਦ ਕੱਟ ਦੇਣਾ, ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਵਿਸ਼ੇਸ਼ਣ ਹੈ, ਜਿਵੇਂ ਝੂਠ ਵਿਸ਼ੇਸ਼ਣ ਆ, ਇਹਨੂੰ ਆਪੋਜਿਟ ਕਰ ਦੇਣਾ। ਝੂਠ ਦਾ ਕੀ ਆ ਜਾਊਗਾ? ਸੱਚ। ਝੂਠ ਦਾ ਆ ਜਾਊਗਾ ਸੱਚ, ਤੇ ਕਦੇ ਦਾ ਆ ਜਾਊਗਾ ਹਮੇਸ਼ਾ, ਤਾਂ ਉਹ ਬਣ ਜਾਊਗਾ ਉਹ। ਇਹਦੇ ਵਿੱਚ ਨਾ ਵਾਚਕ ਨੂੰ ਹਾਂ ਵਾਚਕ 'ਚ ਬਣਾਉਣ ਲਈ ਪਹਿਲਾਂ ਤਾਂ ਨਹੀਂ ਸ਼ਬਦ ਕੱਟਿਆ, ਫਿਰ ਜਿਹੜਾ ਕਿ ਵਿਸ਼ੇਸ਼ਣ ਆ ਉਹਦਾ ਆਪੋਜਿਟ ਕਰਿਆ, ਉਹਦਾ ਵਿਰੋਧੀ ਕਰਿਆ, ਤਾਂ ਬਣ ਗਿਆ ਉਹ ਹਮੇਸ਼ਾ। ਕਦੇ ਦਾ ਆ ਗਿਆ ਹਮੇਸ਼ਾ, ਝੂਠ ਦਾ ਆ ਗਿਆ ਸੱਚ, ਬਣ ਗਏ ਦੋਨੋਂ ਵਿਰੋਧੀ ਸ਼ਬਦ। ਬਾਕੀ ਸਾਰਾ ਆਪਾਂ ਉਵੇਂ ਲਿਖ ਦਾਂਗੇ, ਉਹ ਹਮੇਸ਼ਾ ਸੱਚ ਬੋਲਦਾ ਹੈ। ਭਾਵ ਕਿ ਸਭ ਤੋਂ ਪਹਿਲਾਂ ਨਹੀਂ ਸ਼ਬਦ ਕੱਟਿਆ, ਫਿਰ ਆਪਾਂ ਨੇ ਜਿਹੜਾ ਕਿ ਵਿਸ਼ੇਸ਼ਣ ਸੀ ਉਹਦਾ ਆਪੋਜਿਟ ਕਰਿਆ, ਉਹਦਾ ਵਿਰੋਧੀ ਬਣਾਇਆ, ਤਾਂ ਜਿਹੜਾ ਕਿ ਅੱਗੇ ਸੈਂਟੈਂਸ ਬਣ ਗਿਆ, ਵਾਕ ਸਾਡਾ ਬਣ ਗਿਆ। ਨੈਕਸਟ ਹੈ ਸੱਸਾ, ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ। ਤਾਂ ਇਹਦੇ ਵਿੱਚ ਜਿਹੜੇ ਕਿ ਵਿਸਮੇ ਵਾਕ ਯੂਜ਼ ਕਰਨਾ। ਹੁਣ ਮੇਰੀ ਇੱਛਾ ਦੇ ਵਿੱਚ ਵਿਸਮਿਕ ਵਾਕ ਹੁੰਦਾ ਕਾਸ਼। ਜਦੋਂ ਸ਼ਬਦ ਮੇਰੀ ਇੱਛਾ ਲਿਖਿਆ ਹੋਵੇ ਤਾਂ ਉਹਦਾ ਹੁੰਦਾ ਕਾਸ਼, ਵਿਸਮਿਕ ਬਣਦਾ ਉਹਦਾ ਕਾਸ਼, ਤਾਂ ਇਹਦਾ ਬਣ ਜੂਗਾ ਕਾਸ਼। ਫਿਰ ਵਿਸਮਿਕ ਚਿੰਨ੍ਹ ਜ਼ਰੂਰ ਯੂਜ਼ ਕਰਨਾ, ਵਿਸਮਿਕ ਚਿੰਨ੍ਹ, ਕਾਸ਼ ਵਿਸਮਿਕ ਚਿੰਨ੍ਹ ਮੈਂ ਅਮੀਰ ਹੋਵਾਂ, ਅਮੀਰ ਹੋਵਾਂ। ਇਹਦੇ ਵਿੱਚ ਵਿਸਮੇ ਵਾਕ ਦੇ ਵਿੱਚ ਇੱਕ ਤਾਂ ਵਿਸਮਿਕ ਚਿੰਨ੍ਹ ਜ਼ਰੂਰ ਯੂਜ਼ ਕਰਨਾ, ਤੇ ਮੇਰੀ ਇੱਛਾ ਦਾ ਕੀ ਬਣ ਜੂਗਾ? ਕਾਸ਼। ਕਾਸ਼ ਵਿਸਮਿਕ ਚਿੰਨ੍ਹ, ਫਿਰ ਅੱਗੇ ਉਵੇਂ ਲਿਖ ਦੇਣਾ ਮੈਂ ਅਮੀਰ ਹੋਵਾਂ। ਨੈਕਸਟ ਆ ਹਰਮੀਤ ਨੇ ਚਾਹ ਪੀਤੀ। ਇਹਨੂੰ ਕਰਮਣੀ ਵਾਚਕ ਬਣਾਉਣਾ, ਤੇ ਇਹ ਕਰਤਾ ਤੋਂ ਸਟਾਰਟ ਹੋਇਆ ਤਾਂ ਇਹ ਕਰਤਾ ਵਾਚਕ ਹੈ। ਜਦੋਂ ਆਪਾਂ ਕਰਮਣੀ ਵਾਚਕ ਬਣਾਉਣਾ ਸਭ ਤੋਂ ਪਹਿਲਾਂ ਕਰਮ ਲੈ ਕੇ ਆਵਾਂਗੇ ਵੀ ਉਹ ਕੀ ਕੰਮ ਕਰਿਆ ਜਾ ਰਿਹਾ। ਹੁਣ ਉਹ ਕੀ ਕਰ ਰਹੀ ਆ? ਚਾਹ ਪੀ ਰਹੀ ਹੈ ਹਰਮੀਤ, ਤਾਂ ਕਰਮ ਕੀ ਹੋ ਗਿਆ? ਚਾਹ। ਤਾਂ ਚਾਹ ਨੂੰ ਆਪਾਂ ਫਸਟ ਦੇ ਵਿੱਚ ਲੈ ਕੇ ਆਵਾਂਗੇ। ਜਦੋਂ ਕਰਮ ਜਿਹੜੇ ਕਿ ਸਟਾਰਟਿੰਗ ਦੇ ਵਿੱਚ ਹੋਵੇ, ਫਸਟ ਦੇ ਵਿੱਚ ਹੋਊਗਾ, ਤਾਂ ਉਹ ਕਰਮਣੀ ਵਾਚਕ ਬਣ ਜੂਗਾ। ਤਾਂ ਇਹਦੇ ਵਿੱਚ ਆਪਾਂ ਨੇ ਚਾਹ ਜਿਹੜੇ ਕਿ ਕਰਮ ਹੈ ਉਹਦੇ ਦੁਆਰਾ ਕੰਮ ਹੋ ਰਿਹਾ ਇਹ, ਤਾਂ ਆਪਾਂ ਲਿਖ ਦਾਂਗੇ ਚਾਹ। ਪਹਿਲਾਂ ਲਿਖ ਲਿਆ ਕਰਮ, ਫਿਰ ਕਿਹਦੇ ਦੁਆਰਾ ਕਰੀ ਗਈ? ਹੁਣ ਚਾਹ ਕਿਸ ਦੁਆਰਾ ਪੀਤੀ ਗਈ? ਹਰਮੀਤ ਦੁਆਰਾ। ਆਪਾਂ ਲਿਖ ਦਾਂਗੇ ਚਾਹ ਹਰਮੀਤ ਦੁਆਰਾ ਪੀਤੀ ਗਈ। ਚਾਹ ਹਰਮੀਤ ਦੁਆਰਾ ਪੀਤੀ ਗਈ, ਤਾਂ ਪਹਿਲਾਂ ਕੀ ਬਣ ਗਿਆ ਇਹ? ਕਰਮਣੀ ਵਾਚਕ। ਤੇ ਜਦੋਂ ਕਰਤਾ ਵਾਚਕ ਹੋਊਗਾ ਤਾਂ ਉਹਦੇ ਵਿੱਚ ਪਹਿਲਾਂ ਕਰਤਾ ਹੋਊਗਾ, ਤਾਂ ਜਦੋਂ ਕਰਮਣੀ ਵਾਚਕ ਬਣਾਉਣਾ ਸਭ ਤੋਂ ਪਹਿਲਾਂ ਕਰਮ ਲੈ ਕੇ ਆਉਣਾ। ਨੈਕਸਟ ਆ ਕੱਕਾ, ਉਹ ਬਿਮਾਰ ਹੋਣ ਕਰਕੇ ਅੱਜ ਸਕੂਲ ਨਹੀਂ ਆਇਆ। ਤਾਂ ਇਹਨੂੰ 'ਚ ਬਣਾਉਣਾ ਆਪਾਂ ਨੇ ਮਿਸ਼ਰਿਤ ਵਾਕ। ਉਹ ਅੱਜ ਸਕੂਲ ਨਹੀਂ ਆਇਆ, ਤਾਂ ਮਿਸ਼ਰਿਤ ਵਾਕ ਬਣਾਉਣਾ। ਤਾਂ ਮਿਸ਼ਰਿਤ ਵਾਕਾਂ ਦੇ ਵਿੱਚ ਕਿਹੜੇ ਕਿਹੜੇ ਸ਼ਬਦ ਯੂਜ਼ ਹੁੰਦੇ ਨੇ? ਮਿਸ਼ਰਿਤ ਵਾਕਾਂ ਦੇ ਵਿੱਚ ਯੂਜ਼ ਹੁੰਦੇ ਨੇ ਕਿਉਂਕਿ, ਜਿਵੇਂ ਸੰਯੁਕਤ ਦੇ ਵਿੱਚ ਦੱਸਿਆ ਸੀ ਮੈਂ, ਐਵੇਂ ਮਿਸ਼ਰਿਤ ਵਾਕਾਂ ਦੇ ਵਿੱਚ ਇਹ ਵਾਲੇ ਜਿਹੜੇ ਕਿ ਯੋਜਕ ਯੂਜ਼ ਕਰਕੇ ਤਾਂ ਫਿਰ ਜਿਹੜੇ ਕਿ ਮਿਸ਼ਰਿਤ ਵਾਕ ਬਣਦਾ। ਕਿਉਂਕਿ, ਕੀ, ਜਿਵੇਂ, ਇਹਦੇ ਵਿੱਚ ਜ਼ਿਆਦਾਤਰ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਕਿ ਕੱਕੇ ਵਾਲੇ ਅਤੇ ਜੱਜੇ ਵਾਲੇ ਉਹ ਜ਼ਿਆਦਾ ਇਹ 'ਚ ਯੂਜ਼ ਹੁੰਦੇ ਨੇ ਮਿਸ਼ਰਿਤ ਵਾਕਾਂ ਦੇ ਵਿੱਚ। ਕਿਉਂਕਿ, ਕੀ, ਜਿਵੇਂ, ਜੋ, ਜਿਹੜਾ, ਜਿਸ, ਜਦੋਂ, ਜਿਸ ਤਰ੍ਹਾਂ, ਜੇ, ਇਹ ਵਾਲੇ ਸਾਰੇ ਜਿਹੜੇ ਕਿ ਯੋਜਕ ਯੂਜ਼ ਕਰਕੇ, ਕੱਕੇ ਤੇ ਜੱਜੇ ਵਾਲੇ ਯੋਜਕ ਯੂਜ਼ ਕਰਕੇ ਜਿਹੜਾ ਕਿ ਮਿਸ਼ਰਿਤ ਵਾਕ ਬਣਦਾ। ਹੁਣ ਜਿਵੇਂ ਇੱਥੇ ਦਿੱਤਾ ਹੋਇਆ ਉਹ ਬਿਮਾਰ ਹੋਣ ਕਰਕੇ ਅੱਜ ਸਕੂਲ ਨਹੀਂ ਆਇਆ, ਤਾਂ ਇਹਨੂੰ ਮਿਸ਼ਰਿਤ ਵਾਕ ਬਣਾਉਣਾ
ਆਪਾਂ ਲਿਖਾਂਗੇ ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਭਾਵ ਕਿ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਤਾ। ਪਹਿਲਾਂ ਆਪਾਂ ਨੇ ਲਿਖਤਾ ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਅੱਜ ਬਿਮਾਰ ਹੈ। ਪਿਛਲਾ ਹਿੱਸਾ ਇਹਦਾ ਪਹਿਲ 'ਚ ਆ ਗਿਆ। ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਅੱਜ ਬਿਮਾਰ ਹੈ। ਇਹ ਜਿਹੜਾ ਕਿ ਸਾਰਾ ਵਾਕ ਬਣ ਗਿਆ। ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਅੱਜ ਬਿਮਾਰ ਹੈ। ਇਹ ਜਿਹੜੇ ਕਿ ਮਿਸ਼ਰਤ ਵਾਕ ਬਣ ਗਿਆ। ਨੈਕਸਟ ਅੱਗੇ ਅਖੌਤਾਂ ਨੇ। ਨੈਕਸਟ ਨੇ ਅਖੌਤਾਂ। ਅਖੌਤਾਂ ਦੀ ਜਿਹੜੇ ਕਿ ਅੱਗੇ ਤੁਸੀਂ ਇਹਨਾਂ ਦੇ ਵਾਕ ਬਣਾਉਣੇ ਨੇ। ਇਹਨਾਂ ਦੇ ਵਿੱਚ ਇਹਨਾਂ ਦਾ ਅਰਥ ਲਿਖਣਾ ਹੁੰਦਾ। ਜਿਵੇਂ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ, ਤਾਂ ਇਹਦਾ ਅਰਥ ਹੈ ਜਦੋਂ ਕੀਮਤੀ ਚੀਜ਼ ਵੱਲ ਬੇਪਰਵਾਹੀ ਵਰਤੀ ਜਾਵੇ, ਪਰ ਨਿਗੁਣੀ ਭਾਵ ਜਿਹੜੀ ਨਿਕੰਮੀ ਚੀਜ਼ ਉਹਦੀ ਸੰਭਾਲ ਕੀਤੀ ਜਾਵੇ, ਤਾਂ ਇਹ ਜਿਹੜੀ ਕਿ ਇਹ ਅਖੌਤ ਵਰਤੀ ਜਾਂਦੀ ਆ। ਇਹਦਾ ਤੁਸੀਂ ਜਿਵੇਂ ਮਰਜ਼ੀ ਜਿਹੜੇ ਕਿ ਵਾਕ ਬਣਾ ਸਕਦੇ ਹੋ। ਨੈਕਸਟ ਆ ਸਾਰਾ ਜਾਂਦਾ ਵੇਖੀਏ ਅੱਧਾ ਦਈਏ ਵੰਡ, ਤਾਂ ਇਹਦਾ ਅਰਥ ਹੁੰਦਾ ਵੀ ਥੋੜ੍ਹਾ ਨੁਕਸਾਨ ਕਰਾ ਕੇ ਜਦੋਂ ਬਹੁਤਾ ਧਨ ਬਚਾ ਲਿਆ ਜਾਵੇ, ਤਾਂ ਜਿਹੜੇ ਕਿ ਇਹ ਖਾਣ ਵਰਤੀ ਜਾਂਦੀ ਆ। ਨੈਕਸਟ ਆ ਘਰ ਵਸਦਿਆਂ ਦੇ ਸਾਕ ਮਿਲਦਿਆਂ ਤੇ ਇਹਦੇ ਖੇਤ ਵਾਹੁੰਦਿਆਂ ਦੇ। ਤਾਂ ਇਹ ਜਦੋਂ ਕੋਈ ਜਿਹੜੀ ਕਿ ਇਹ ਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿੱਚ ਵਸਣ ਨਾਲ ਤੇ ਸਾਕ ਮਿਲਦੇ ਰਹਿਣ ਤੇ ਖੇਤ ਵਾਹੁੰਦੇ ਰਹਿਣ ਨਾਲ ਹੀ ਜਿਹੜੇ ਕਿ ਆਪਣੇ ਰਹਿੰਦੇ ਨੇ, ਤਾਂ ਇਹ ਖਾਣ ਵਰਤੀ ਜਾਂਦੀ ਆ। ਨੈਕਸਟ ਆ ਡਾਢੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ। ਤਾਂ ਇਹਦਾ ਇਹ ਖਾਣ ਜਦੋਂ ਵਰਤਿਆ ਜਾਂਦਾ ਜਦੋਂ ਕੋਈ ਜ਼ੋਰਾਵਰ ਨਾਲ ਮਾੜੇ ਦੀ ਜਿਹੜੀ ਕਿ ਚਾਲ ਨਹੀਂ ਚੱਲਦੀ, ਭਾਵ ਕੋਈ ਇੱਕ ਤਾਕਤਵਰ ਆ ਤਾਂ ਉਹਦੇ ਤਾਕਤਵਰ ਦੇ ਨਾਲ ਜਿਹੜੀ ਕਿ ਕਮਜ਼ੋਰ ਦੀ ਕੋਈ ਚਾਲ ਨਹੀਂ ਚੱਲਦੀ। ਨੈਕਸਟ ਆ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਇਹ ਜਦੋਂ ਵਰਤਿਆ ਜਾਂਦਾ ਜਦੋਂ ਪੱਕੀਆਂ ਹੋਈ ਆਦਤਾਂ ਜਿਹੜੀ ਕਿ ਛੇਤੀ ਨਹੀਂ ਬਦਲਦੀਆਂ, ਤਾਂ ਇਹ ਵਾਲੇ ਜਿਹੜੇ ਕਿ ਅਖਾਣ ਆ ਵਰਤਿਆ ਜਾਂਦਾ। ਨੈਕਸਟ ਆ ਇੱਕ ਅੱਗੇ ਇੱਕ ਕਵਿਤਾ ਦੇ ਕੇਂਦਰੀ ਭਾਵ ਲਿਖਣਾ। ਜਿਵੇਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ, ਤਾਜ ਮਹਿਲ ਜਾਂ ਵਾਰਿਸ ਸ਼ਾਹ। ਇਹ ਜਿਹੜੇ ਕਿ ਕਿਸੇ ਇੱਕ ਕਵਿਤਾ ਦਾ ਤੁਸੀਂ ਕੇਂਦਰੀ ਭਾਵ ਲਿਖਣਾ ਤੇ 3 ਮਾਰਕਸ ਦਾ। ਤੇ ਜਿਹੜੇ ਉੱਪਰ ਅਖੌਤਾਂ ਨੇ, ਅਖੌਤਾਂ ਵੀ ਜਿਹੜੇ ਕਿ 3 ਕਰਨੇ ਨੇ, ਹਰ ਇੱਕ ਜਿਹੜੀ ਕਿ 2 ਮਾਰਕਸ ਦੀ ਹੈ। ਨੈਕਸਟ ਅੱਗੇ ਕਹਾਣੀ ਦਾ ਸਾਰ ਕਰਨਾ। ਜਿਵੇਂ ਨੀਲੀ ਘਰ ਜਾ ਆਪਣੇ ਜਿਹੜੀ ਕਿ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ, ਤੇ ਘਰ ਜਾ ਆਪਣੇ ਗੁਲਜ਼ਾਰ ਸਿੰਘ ਸੰਧੂ ਦੀ। ਥੈਂਕਸ ਸਟੂਡੈਂਟਸ।